ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਲੂਟਣਾ ਹੈ ਤਾਂ ਲੂਟ ਲੈ ਕਬੀਰ, ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਓਗੇ, ਪ੍ਰਾਣ ਜਾਹੇਂਗੇ ਛੂਟ। ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕਰੀਏ। ਉਸ ਤੋਂ ਪ੍ਰਥਮ ਨਿਮਰ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਹੈ, ਇਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ 713 ਅੰਗ ਤੋਂ ਆਰੰਭ ਹੋ ਕੇ 714 ਅੰਗ ਤੇ ਸੰਪੂਰਨ ਹੁੰਦਾ ਹੈ। ਟੋਡੀ ਰਾਗ ਦਾ ਇਹ ਪਾਵਨ ਸ਼ਬਦ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਦੇ ਅੰਦਰ ਰਸਨਾ ਜੋ ਹੁੰਦੀ ਆ, ਸਾਡੀ ਜੀਵ ਹੁੰਦੀ ਆ, ਉਸ ਦੀ ਸਦਵਰਤੋਂ ਕਰਨੀ ਸਿਖਾ ਰਹੇ ਹਨ। ਕਿਉਂਕਿ ਦੁਨੀਆ ਦੇ ਵਿੱਚ ਹਰ ਚੀਜ਼ ਹੈ ਜੋ ਵੀ, ਉਹਦੀ ਦੋ ਤਰੀਕੇ ਨਾਲ ਵਰਤੋਂ ਹੋ ਸਕਦੀ ਆ। ਸਦਵਰਤੋਂ ਜਿਹੜੇ ਗਿਆਨ ਇੰਦਰੇ ਆ, ਕਰਮ ਇੰਦਰੇ ਆ, ਸਦਵਰਤੋਂ ਤੇ ਦੁਰਵਰਤੋਂ। ਇੱਕਾ ਚੀਜ਼ ਨੂੰ ਸਹੀ ਤਰੀਕੇ ਦੇ ਨਾਲ, ਢੰਗ ਨਾਲ ਵਰਤਣਾ, ਇੱਕ ਹਾ ਕਿ ਬੇਵਕੂਫੀ ਦੇ ਵਾਂਗ ਇੱਦਾਂ ਤਰੀਕੇ ਨਾਲ ਵਰਤਣਾ ਕਿ ਉਹ ਚੀਜ਼ ਦਾ ਇਸਤੇਮਾਲ ਵੀ ਗਲਤ ਹੋਵੇ ਤੇ ਉਹ ਤੋਂ ਹੋਣ ਵਾਲੀ ਚੀਜ਼ ਵੀ ਗਲਤ ਹੋਵੇ। ਤਾਂ ਇਸ ਤਰ੍ਹਾਂ ਜਿਹੜੀ ਜੀਵ ਹੈ, ਇਹਦੇ ਕਈ ਪਾਪ ਮੰਨੇ ਜਾਂਦੇ ਆ। ਰਸਨਾ ਦੇ, ਜੀਵ ਦੇ, ਮਨੁੱਖ ਬਹੁਤ ਪਾਪ ਕਰਦਾ ਹੈ, ਪਰ ਬਹੁਤੇ ਜਿਹੜੇ ਪਾਪ ਆ ਉਹਦੀ ਰਸਨਾ ਦੇ ਨਾਲ, ਉਹਦੀ ਜੀਭਾ ਨਾਲ ਜੁੜੇ ਹੋਏ ਆ। ਫਿੱਕਾ ਬੋਲਣਾ, ਕੂੜ ਬੋਲਣਾ, ਝੂਠ ਬੋਲਣਾ, ਕੌੜਾ ਬੋਲਣਾ, ਕਿਸੇ ਦਾ ਮੂੰਹ ਫਿਟਕਾਰਨਾ, ਰਸਨਾ ਦੇ ਨਾਲ ਹੀ ਕਿਸੇ ਦਾ ਦਿਲ ਤੋੜਨਾ, ਅਪਸ਼ਬਦ ਬੋਲਣੇ, ਅਜਾਈਂ ਬੋਲਣਾ, ਤਾਂ ਬਹੁਤ ਪਾਪ ਆ ਜਿਹੜੇ ਕਿ ਜੀਵ ਦੇ ਨਾਲ ਜੁੜੇ ਹੋਏ ਆ। ਜੀਵ ਐਸਾ ਇੱਕ ਕਰਮ ਇੰਦਰਾ ਹੈ ਜਿਹਦੇ ਨਾਲ ਮੰਨਿਆ ਜਾਂਦਾ ਮਨੁੱਖ ਸਭ ਤੋਂ ਵੱਧ ਪਾਪ ਕਰਦਾ ਹੈ, ਤੇ ਜਿਹੜੇ ਭਗਤ ਹਨ ਉਹ ਸਭ ਤੋਂ ਵੱਧ ਇਹਦੇ ਨਾਲ ਹੀ ਬੰਦਗੀ ਕਰਦੇ ਹੈ। ਉਹੀ ਰਸਨਾ ਹੈ, ਜੀਵ ਹੀ। ਤਾਂ ਜੀਵ ਦਾ ਜਿਹੜਾ ਢੰਗ ਆ ਇਸਤੇਮਾਲ ਕਰਨ ਦਾ, ਸਦਵਰਤੋਂ ਆ, ਉਹ ਇਹਦੀ ਭਗਤਾਂ ਨੇ ਕੀਤੀ ਆ। ਸੰਸਾਰ ਦੇ ਜਿਹੜੇ ਲੋਕ ਹਨ, ਉਹਨਾਂ ਨੇ ਜੀਵ ਨਾਲ ਕੂੜ ਬੋਲਿਆ, ਝੂਠ ਬੋਲਿਆ,
ਫਿੱਕਾ ਬੋਲਿਆ, ਇਸ ਤਰ੍ਹਾਂ ਮਿੱਥ ਬੋਲਿਆ ਹੈ, ਅਜਾਈਂ ਬੋਲਿਆ। ਬਿਨਾਂ ਵਜ੍ਹਾ ਬੋਲਣਾ ਵੀ ਇੱਕ ਪਾਪ ਆ, ਬੇਅਰਥ ਬੋਲੀ ਜਾਣਾ। ਇਹ ਸਾਰੀਆਂ ਚੀਜ਼ਾਂ ਜੀਵ ਨਾਲ ਹੀ ਜੁੜੀਆਂ ਹੋਈਆਂ ਨੇ। ਤਾਂ ਜਿਹੜੇ ਭਗਤ ਆ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਉਹ ਰਸਨਾ ਗੁਣ ਗੋਪਾਲ ਨਿਧ ਗਾਇਣ। ਉਹ ਤਾਂ ਆਪਣੀ ਰਸਨਾ ਦੇ ਨਾਲ ਵਾਹਿਗੁਰੂ ਦੇ ਗੁਣ ਗਾਉਂਦੇ ਆ, ਜਿਹਦੇ ਗੁਣ ਗਾਉਣਾ ਅਸਲ ਦੇ ਵਿੱਚ ਖਜ਼ਾਨਿਆਂ ਦੇ ਵਾਂਗ ਹੈ। ਟੋਡੀ ਮਹੱਲਾ ਪੰਜਵਾ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਣ। ਜਦੋਂ ਕਿ ਦੂਜੇ ਪਾਸੇ ਆਪਾਂ ਜਦੋਂ ਦੇਖਦੇ ਹਾਂ, ਮਨਮੁਖ ਬੰਦਾ ਜਿਹੜਾ ਹੈ ਉਹ ਆਪਣੀ ਜੀਭ ਦੁਆਰਾ ਫਿੱਕਾ ਬੋਲਦਾ। ਨਾਨਕ ਫਿੱਕੈ ਬੋਲਿਐ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸੱਟੀਐ, ਮੁਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਫਿੱਕਾ ਬੋਲਣ ਵਾਲੇ ਬੰਦੇ ਨੂੰ ਦਰਗਾਹ ਦੇ ਵਿੱਚ, ਪਰਮਾਤਮਾ ਦੇ ਦਰਬਾਰ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਕਦੇ ਵੀ। ਫਿੱਕਾ ਦਰਗਹਿ ਸੱਟੀਐ, ਮੁਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਫਿੱਕਾ ਬੋਲਣ ਵਾਲੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਦੁੱਧ ਦੇ ਵਿੱਚ ਪਈ ਹੋਈ ਮੱਖੀ, ਉਹਨੂੰ ਬਾਹਰ ਕੱਢ ਦਿੱਤਾ ਜਾਂਦਾ, ਇਸ ਤਰ੍ਹਾਂ ਫਿਰ ਉਹਨੂੰ ਬਾਹਰ ਸੁੱਟ ਦਿੱਤਾ ਜਾਂਦਾ ਦਰਗਾਹ ਦੇ ਵਿੱਚੋਂ। ਉਹ ਬੰਦੇ ਨੂੰ ਉਹ ਫਿੱਕਾ ਬੋਲਦਾ, ਕੌੜਾ ਬੋਲਦਾ, ਝੂਠ ਬੋਲਦਾ, ਅਜਾਈਂ ਬੋਲਦਾ, ਬਿਨਾਂ ਵਜ੍ਹਾ ਬੋਲਦਾ, ਅਵਾ ਤਵਾ ਬੋਲਦਾ। ਇੱਦਾਂ ਇੰਨੀਆਂ ਗੱਲਾਂ ਇਹਦੇ ਨਾਲ ਜੁੜੀਆਂ ਨੇ। ਤਾਂ ਹੁਣ ਜਿਹੜੇ ਭਗਤ ਹਨ, ਉਹਨਾਂ ਨੇ ਜੀਭ ਦਾ ਇਸਤੇਮਾਲ ਕਰਕੇ ਰੱਬ ਦੇ ਨੇੜੇ ਹੋਣਾ ਕੀਤਾ ਹੈ। ਜਿਹੜੇ ਆਮ ਬੰਦੇ ਆ, ਸਧਾਰਨ ਬੰਦੇ ਆ, ਉਹ ਜੀਭ ਦੇ ਕਰਕੇ ਰੱਬ ਨਾਲੋਂ ਟੁੱਟ ਗਏ ਆ। ਇਹ ਇੱਕ ਪੌੜੀ ਆ, ਚਾਹੇ ਥੱਲੇ ਨੂੰ ਚੜ੍ਹ ਕੇ ਨਿਵਾਣ ਵਾਲੇ ਪਾਸੇ ਆ ਜਾਓ, ਚਾਹੇ ਉੱਪਰ ਨੂੰ ਚੜ੍ਹ ਕੇ ਪ੍ਰਮਾਤਮਾ ਵੱਲ ਜਾਓ। ਜੀਭ ਇੱਕ ਪੌੜੀ ਆ, ਇਹਦੇ ਰਾਹੀਂ ਪਰਮੇਸ਼ਰ ਦੇ ਨਾਲ ਮਿਲਾਪ ਵੀ ਹੋ ਸਕਦਾ, ਵਿਛੋੜਾ ਵੀ ਹੋ ਸਕਦਾ। ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਜਦੋਂ ਕੋਈ ਵੀ ਇਨਸਾਨ ਜੀਵ ਦੇ ਨਾਲ ਠੰਡਕ ਵਾਲੇ ਬੋਲ ਬੋਲਦਾ, ਮਿੱਠੇ ਬੋਲ ਬੋਲਦਾ, ਤਾਂ ਉਦੋਂ ਉਹਨੂੰ ਸ਼ਾਂਤੀ ਮਿਲਦੀ ਆ। ਪਹਿਲਾਂ ਉਹਨੂੰ ਖੁਦ ਨੂੰ ਸ਼ਾਂਤੀ ਮਿਲਦੀ ਆ ਬੋਲਣ ਦੇ ਨਾਲ। ਜਿਹੜੇ ਬੰਦੇ ਬਹੁਤ ਜ਼ਿਆਦਾ ਤਪ ਜਾਂਦੇ ਆ, ਕ੍ਰੋਧ ਨਾਲ ਬੋਲਦੇ ਆ, ਉਹ ਪਹਿਲਾਂ ਖੁਦ ਤਪਦੇ ਆ, ਔਖੇ ਹੁੰਦੇ ਆ, ਫਿਰ ਦੂਜਿਆਂ ਨੂੰ ਤੰਗ ਕਰਦੇ। ਇਸ ਕਰਕੇ ਬਰਤਨ ਜਿੰਨਾ ਛੋਟਾ ਆਕਾਰ ਹੋਵੇਗਾ, ਅੱਗ 'ਤੇ ਰੱਖਦਿਆਂ ਓਨੀ ਜਲਦੀ ਉਹ ਗਰਮ ਹੋਵੇਗਾ। ਜਿੰਨਾ ਭਾਂਡਾ ਛੋਟਾ, ਓਨੀ ਛੇਤੀ ਗਰਮ ਹੋਵੇਗਾ। ਇਹ ਗੱਲ ਬੰਦੇ ਦੇ ਦਿਮਾਗ 'ਤੇ ਲਾਗੂ ਹੁੰਦੀ ਹੈ। ਉਹ ਬੰਦੇ ਜਿਹੜੇ ਬਹੁਤ ਛੇਤੀ ਤਵਾਜ਼ਨ ਖੋ ਜਾਂਦੇ ਆ, ਗਰਮ ਹੋ ਜਾਂਦੇ ਆ ਨਿੱਕੀ ਗੱਲ 'ਤੇ, ਤਾਂ ਇਹ ਉਹੀ ਬੰਦੇ ਆ ਜਿਨ੍ਹਾਂ ਦੀ ਬਿਰਤੀ ਬਹੁਤ ਸੁੰਗੜੀ ਹੋਈ ਆ, ਉਹ ਬਹੁਤ ਛੋਟੇ ਆ। ਇਸ ਕਰਕੇ ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਜਦੋਂ ਤੁਸੀਂ ਚੰਗਾ ਬੋਲਦੇ ਹੋ, ਚੰਗਾ ਬੋਲਣ ਦੇ ਨਾਲ ਕੀ ਹੁੰਦਾ, ਪਹਿਲਾਂ ਤੁਹਾਨੂੰ ਸ਼ਾਂਤੀ ਆਉਂਦੀ ਆ। ਸਭ ਤੋਂ ਪਹਿਲਾਂ ਤੁਹਾਨੂੰ ਸੁੱਖ ਮਿਲਦਾ ਜਦੋਂ ਤੁਸੀਂ ਸਹੀ ਬੋਲਦੇ ਹੋ, ਮਿੱਠਾ ਬੋਲਦੇ ਹੋ, ਮਿਠਾਸ ਨਾਲ ਬੋਲਦੇ ਹੋ। ਪਹਿਲਾਂ ਤੁਹਾਨੂੰ ਸ਼ਾਂਤੀ ਆਉਂਦੀ ਆ, ਫਿਰ ਅੱਗੇ ਸੁਣਨ ਵਾਲੇ ਨੂੰ ਸ਼ਾਂਤੀ ਹੁੰਦੀ। ਜਦੋਂ ਤੁਸੀਂ ਕੌੜਾ ਬੋਲਦੇ ਹੋ, ਪਹਿਲਾਂ ਤੁਸੀਂ ਖੁਦ ਤਪਦੇ ਹੋ। ਜਿਵੇਂ ਕਿ ਪਹਿਲਾਂ ਮੈਂ ਬਲਦਾ ਹੋਇਆ ਕੋਲਾ ਆਪਦੀ ਤਲੀ 'ਤੇ ਰੱਖਿਆ, ਪਹਿਲਾਂ ਮੈਂ ਖੁਦ ਮੱਚਿਆ, ਖੁਦ ਸਾੜਿਆ ਆਪਦੇ ਆਪ ਨੂੰ, ਫਿਰ ਮੈਂ ਉਹਨੂੰ ਦੂਜੇ 'ਤੇ ਸੁੱਟਤਾ। ਕੌੜਾ ਬੋਲਣਾ, ਫਿੱਕਾ ਬੋਲਣਾ ਇਸ ਤਰ੍ਹਾਂ ਹੀ ਹੈ
ਜਿਸ ਤਰ੍ਹਾਂ ਕੋਈ ਪਹਿਲਾਂ ਬਲਦੇ ਹੋਏ ਕੋਲੇ ਨੂੰ ਆਪਦੀ ਤਲੀ ਤੇ ਰੱਖਦਾ ਹੈ, ਫਿਰ ਉਹ ਦੂਜਿਆਂ ਦੇ ਉੱਪਰ ਸੁੱਟਦਾ ਹੈ, ਇੱਦਾਂ ਹੈ। ਮਿੱਠਾ ਬੋਲਣ ਦੇ ਨਾਲ ਬੋਲਣ ਵਾਲੇ ਨੂੰ ਵੀ ਸ਼ਾਂਤੀ ਮਿਲਦੀ ਆ, ਸੁਣਨ ਵਾਲੇ ਨੂੰ ਤਾਂ ਮਿਲਣੀ ਹੀ ਮਿਲਣੀ ਹੈ। ਇਸ ਤਰ੍ਹਾਂ ਇਹ ਬਹੁਤ ਵੱਡਾ ਗੁਣ ਆ, ਸ਼ਾਂਤ ਸਹਿਜ ਸਿੰਗਾਰ। ਇਹ ਜਿਹੜਾ ਸਿੰਗਾਰ ਹੈ, ਇੱਕ ਧਰਮ ਦਾ ਮਿੱਠਾ ਬੋਲਣਾ ਇੱਕ ਬਹੁਤ ਵੱਡਾ ਗੁਣ ਹੈ। ਇਹ ਹਰ ਕਿਸੇ ਦੇ ਹਿੱਸੇ ਆਉਂਦਾ ਨਹੀਂ, ਵੈਸੇ ਪ੍ਰਮਾਤਮਾ ਕਿਸੇ ਨੂੰ ਹੀ ਇਹ ਗੁਣ ਬਖਸ਼ਦਾ ਹੈ। ਕਈ ਵਾਰ ਐਸਾ ਹੁੰਦਾ ਕਿ ਕਈ ਸਿਰਫ ਬਾਹਰੋਂ ਮਿੱਠਾ ਬੋਲਦੇ ਆ, ਉੱਪਰੋਂ ਪਰ ਅੰਦਰ ਉਹਨਾਂ ਦੇ ਕੜੱਤਣ ਭਰੀ ਹੁੰਦੀ ਆ। ਉਹ ਵੀ ਗੱਲ ਠੀਕ ਨਹੀਂ। ਉਹ ਬਾਹਰੋਂ ਤਾਂ ਨਿਰਮਲ ਨੇ ਪਰ ਜੀਓ ਮੈਲੇ ਨੇ। ਉਹਨਾਂ ਲਈ ਭਗਤ ਫਰੀਦ ਜੀ ਕਹਿੰਦੇ ਆ, ਕਬੀਰ ਸਾਹਿਬ ਜੀ, ਐਸਾ ਜਨਤਿਕ ਦੇਖਿਆ ਜੈਸੀ ਧੋਈ ਲਾਖ, ਦਿਸੈ ਚੰਚਲ ਬਹੁ ਗੁਣਾ ਮਤਹੀਨਾ ਨਾ ਪਾਕ। ਤਾਂ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ ਮਿੱਠਾ ਬੋਲਣ ਵਾਲਿਆਂ ਵਿੱਚ ਵੀ। ਇੱਕ ਜੋ ਸਿਰਫ ਮਿੱਠਾ ਬੋਲਦੇ ਆ ਉੱਪਰੋਂ, ਪਰ ਅੰਦਰ ਉਹਨਾਂ ਦੇ ਕੜੱਤਣੀ ਹੁੰਦੀ ਹੈ। ਇੱਕ ਉਹ ਹੁੰਦੇ ਆ ਜੋ ਅੰਦਰ ਵੀ ਮਿਠਾਸ ਨਾਲ ਭਰੇ ਹੁੰਦੇ ਆ, ਬਾਹਰ ਵੀ ਉਹਨਾਂ ਦੇ ਬੋਲਾਂ 'ਚ ਮਿਠਾਸ ਹੁੰਦੀ ਹੈ। ਤਾਂ ਜੀਵ ਆ, ਜੀਵ ਨੇ ਭਗਤਾਂ ਨੂੰ ਰੱਬ ਨਾਲ ਜੋੜਿਆ ਹੈ। ਜੀਵ ਹੈ, ਜੀਵ ਨੇ ਸੰਸਾਰੀ ਬੰਦੇ ਨੂੰ ਰੱਬ ਨਾਲੋਂ ਤੋੜਿਆ ਹੋਇਆ ਹੈ। ਉਹ ਮਿੱਠ ਬੋਲਦਾ, ਭਗਤ ਸੱਚ ਬੋਲਦਾ, ਭਗਤ ਮਿੱਠਾ ਬੋਲਦਾ, ਸੰਸਾਰੀ ਕੌੜਾ ਬੋਲਦਾ। ਭਗਤ ਸੋਚ ਕੇ ਬੋਲਦਾ, ਸੋਚਣ ਤੋਂ ਵੀ ਪਹਿਲਾਂ ਸੋਚ ਕੇ ਬੋਲਦਾ। ਸਧਾਰਨ ਬੰਦਾ ਅਜਾਈਂ ਬੋਲਦਾ, ਜੋ ਆਇਆ ਉਹੀ ਬੋਲੀ ਜਾਂਦਾ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਭੁਲਾਏ। ਤਾਂ ਜਦੋਂ ਤੁਸੀਂ ਮਿੱਠਾ ਬੋਲਦੇ ਹੋ, ਇਕੱਲੀ ਤੁਹਾਨੂੰ ਸ਼ਾਂਤੀ ਨਹੀਂ ਆਉਂਦੀ, ਸੁਣਨ ਵਾਲੇ ਨੂੰ ਵੀ ਆਉਂਦੀ ਹੈ। ਅਤੇ ਆਸੇ ਪਾਸੇ ਦੇ ਜਿਹੜੇ ਲੋਕ ਖੜ੍ਹੇ ਹੁੰਦੇ ਆ, ਉਹਨਾਂ 'ਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ ਇਸ ਗੱਲ ਦਾ। ਇਹ ਗੱਲ ਨੂੰ ਤੁਸੀਂ ਸਮਝ ਕੇ ਚੱਲੋ ਕਿ ਮਿੱਠਾ ਬੋਲਣਾ ਇੱਕ ਬਹੁਤ ਵੱਡਾ ਗੁਣ ਹੈ, ਜਿਹੜਾ ਤੁਹਾਨੂੰ ਰੱਬ ਦੇ ਨੇੜੇ ਲੈ ਕੇ ਜਾਂਦਾ ਹੈ। ਤਾਂ ਇਸ ਗੁਣ ਨੂੰ ਤੁਸੀਂ ਧਾਰਨ ਕਰੋ। ਸਾਂਝ ਕਰੀਜੈ ਗੁਣਾਂ ਕੇਰੀ, ਛੋੜ ਅਵਗੁਣ ਚੱਲੀ ਹੈ। ਗੁਰੂ ਨਾਨਕ ਸਾਹਿਬ ਜੀ ਇੱਕ ਦਿਨ ਸਜੇ ਹੋਏ ਸੀ। ਉਹਨਾਂ ਕੋਲ ਕੋਈ ਸੱਜਣ ਚੱਲ ਕੇ ਆਇਆ, ਕਹਿਣ ਲੱਗਾ ਕਿ ਜੇਕਰ ਅਸੀਂ ਰੱਬ ਦੇ ਨੇੜੇ ਹੋਣਾ ਹੋਵੇ, ਉਹਦੇ ਲਈ ਸਭ ਤੋਂ ਪਹਿਲੀ ਪੌੜੀ ਕੀ ਆ, ਸਭ ਤੋਂ ਪਹਿਲਾ ਕਦਮ ਕੀ ਆ, ਪਹਿਲਾ ਸਟੈਪ ਕੀ ਆ। ਤਾਂ ਬਾਬੇ ਨੇ ਉਸ ਵਕਤ ਆਖਿਆ ਸੀ ਕਿ ਜੇਕਰ ਤੁਸੀਂ ਰੱਬ ਦੇ ਨੇੜੇ ਹੋਣਾ ਚਾਹੁੰਦੇ ਹੋ, ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਤਾਂ ਤੁਸੀਂ ਉਹਨਾਂ ਸੰਤਾਂ ਨੂੰ ਜਾ ਕੇ ਪੁੱਛੋ, ਉਹਨਾਂ ਰੱਬ ਦੇ ਪਿਆਰਿਆਂ ਨੂੰ, ਰੰਗੀਆਂ ਰੂਹਾਂ ਨੂੰ, ਜਿਹੜੇ ਉਹਦੇ ਨਾਲ ਰੱਤੇ ਗਏ ਆ। ਉਹ ਸੱਜਣ ਕਹਿਣ ਲੱਗਾ, ਮਹਾਰਾਜ ਤੁਹਾਡੇ ਤੋਂ ਵੱਡੀ ਸੁਹਾਗਣ ਕੌਣ ਹੋਊਗੀ ਰੱਬ ਦੀ। ਜਿਹੜੀ ਰੂਹ ਰੱਬ ਨਾਲ ਵਿਆਹੀ ਗਈ ਉਹ ਸੁਹਾਗਣ ਆ, ਉਹਨੂੰ ਬਾਣੀ 'ਚ ਲਿਖਿਆ ਸੁਹਾਗਣ। ਤੁਹਾਡੇ ਤੋਂ ਵੱਡੀ ਸੁਹਾਗਣ ਕਿਹੜੀ ਹੋ ਸਕਦੀ ਆ। ਤਾਂ ਉਹਨਾਂ ਨੇ ਫਿਰ ਦੱਸਿਆ, ਕਹਿੰਦੇ ਸਹਿਜ ਸੰਤੋਖ ਸਿਗਾਰੀਆ, ਮਿੱਠਾ ਬੋਲਣੀ। ਬਾਬੇ ਨਾਨਕ ਨੇ ਉੱਥੇ ਆਖਿਆ ਕਿ ਜੇਕਰ ਤੁਸੀਂ ਗੁਰੂ ਦੇ ਨੇੜੇ ਹੋਣਾ ਚਾਹੁੰਦੇ ਹੋ, ਆਪਣੇ ਰੱਬ ਦੇ ਨਜ਼ਦੀਕ ਜਾਣਾ ਚਾਹੁੰਦੇ ਹੋ, ਸ਼ਾਂਤੀ ਰੱਖਣੀ ਚਾਹੁੰਦੇ ਹੋ ਦਿਲ ਦੇ ਵਿੱਚ, ਮਨ 'ਚ ਟਿਕਾ ਰੱਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਮਿੱਠਾ ਬੋਲਣਾ ਪਵੇਗਾ। ਇਹ ਪਹਿਲੀ ਸ਼ਰਤ ਆ ਧਰਮ ਦੀ। ਸਹਿਜ ਸੰਤੋਖ ਸਿਗਾਰੀਆ, ਮਿੱਠਾ ਬੋਲਣੀ। ਫਿਰ ਦੂਜੀ ਅਗਲਾ ਕਦਮ ਆ, ਉਹ ਬਾਅਦ ਵਿੱਚ ਆਉਂਦਾ, ਪਿਰਰੀ ਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ। ਗੁਰੂ ਦਾ ਸ਼ਬਦ ਸੁਣਨਾ ਅਗਲਾ ਕਦਮ ਆ। ਪਹਿਲਾਂ ਮਿੱਠਾ ਬੋਲਣਾ ਹੀ ਆਇਆ, ਪਹਿਲਾਂ ਤੁਸੀਂ ਮਿੱਠਾ ਬੋਲਣਾ ਸਿੱਖੋ। ਕੁਝ ਲੋਕ ਹੁੰਦੇ ਆ, ਉਹਨਾਂ ਦੇ ਦਿਲਾਂ ਦੀਆਂ ਜਿਹੜੀਆਂ ਜੇਬਾਂ ਹੁੰਦੀਆਂ ਨੇ, ਖਾਲੀ ਨਹੀਂ ਹੁੰਦੀਆਂ, ਕੇਵਲ ਪਾਟੀਆਂ ਵੀ ਹੁੰਦੀਆਂ। ਉਹ ਇੰਨਾ ਵੀ ਨਹੀਂ ਕਰ ਸਕਦੇ ਕਿ ਕਿਸੇ ਨੂੰ ਮਿਲਣ ਸਮੇਂ ਹੱਸ ਕੇ ਬੁਲਾਉਣ, ਜਾਂ ਕਿਸੇ ਨੂੰ ਮਿਲਣ ਸਮੇਂ ਉਹ ਉਹਨਾਂ ਨੂੰ ਠੀਕ ਢੰਗ ਨਾਲ ਵਰਤਾਓ ਕਰਨ, ਤਾਂ ਮੂੰਹ ਫੇਰ ਕੇ ਲੰਘ ਜਾਂਦੇ ਆ। ਤਾਂ ਬੰਦੇ ਤੋਂ ਮੁੱਖ ਫੇਰਨਾ ਰੱਬ ਤੋਂ ਮੁੱਖ ਫੇਰਨਾ ਹੈ। ਉਹ ਬਲਹਾਰੀ ਕੁਦਰਤ ਵਸਿਆ,
ਤੇਰਾ ਅੰਤ ਨਾ ਜਾਈ ਲਖਿਆ। ਉਹ ਬੰਦਿਆਂ ਵਿੱਚ ਵੱਸਦਾ ਹੈ ਪਰਮਾਤਮਾ, ਤਾਂ ਬੰਦਿਆਂ ਤੋਂ ਮੁੱਖ ਫੇਰਨਾ ਜਾਂ ਉਹਨਾਂ ਨਾਲ ਸਹੀ ਵਰਤਾਓ ਨਾ ਕਰਨਾ, ਇਹ ਰੱਬ ਨੂੰ ਕਦੇ ਵੀ ਤੁਹਾਡਾ ਇਹ ਕਦਮ ਜਿਹੜਾ ਠੀਕ ਨਹੀਂ ਲੱਗਦਾ। ਇਸ ਕਰਕੇ ਬੰਦੇ ਦਾ ਦਿਲ ਦੁਖਾਉਣਾ, ਭਗਤ ਫਰੀਦ ਜੀ ਕਹਿੰਦੇ, ਰੱਬ ਦਾ ਦਿਲ ਤੋੜਨਾ ਹੈ। ਇਨਸਾਨ ਦਾ ਦਿਲ ਦੁਖਾਉਣਾ ਪਰਮਾਤਮਾ ਦਾ ਦਿਲ ਦੁਖਾਉਣਾ ਹੈ, ਖੁਦਾ ਦਾ ਦਿਲ ਦੁਖਾਉਣਾ ਹੈ। ਤਾਂ ਭੁੱਲ ਕੇ ਵੀ ਕਦੀ ਇਹ ਗਲਤੀਆਂ ਨਾ ਕਰੋ। ਜੇ ਤੁਸੀਂ ਰੱਬ ਦੇ ਨੇੜੇ ਜਾਣਾ ਚਾਹੁੰਦੇ ਹੋ, ਜੇ ਤੁਸੀਂ ਗੁਰੂ ਵਾਲੇ ਬਣਨਾ ਚਾਹੁੰਦੇ ਹੋ, ਤਾਂ ਜੀਭ ਜਿਹੜੀ ਆ, ਰਸਨਾ ਜਿਹੜੀ ਆ, ਇਹਦਾ ਸਹੀ ਇਸਤੇਮਾਲ ਕਰੋ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਭਲਾਏ। ਕੁਝ ਬੱਚੇ ਕਬੀਰ ਸਾਹਿਬ ਜੀ ਕਹਿੰਦੇ ਆ ਹੁੰਦੇ ਨੇ, ਉਹਨਾਂ ਦੇ ਜੀਵਨ ਦੀ ਘਟਨਾ ਉਹ ਆਪਦੇ ਮਾਂ ਪਿਓ ਦੇ ਅੱਗੇ ਬੋਲਦੇ ਆ। ਕੁਝ ਬੱਚੇ ਹੁੰਦੇ ਆ, ਉਹ ਕਹਿੰਦੇ ਨੇ ਕਿ ਕਦੇ ਵੀ ਉਹਨਾਂ ਅੱਗੇ ਜ਼ੁਬਾਨ ਨਾ ਲੜਾਓ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ। ਵੈਸੇ ਜਿਹੜਾ ਸੰਸਾਰ ਦਾ ਇੱਕ ਥਾਟ ਆ ਉਹ ਇਹ ਆ ਵੀ ਕਦੇ ਵੀ ਉਹ ਮਾਂ ਪਿਓ ਦੇ ਅੱਗੇ ਭੁੱਲ ਕੇ ਵੀ ਉੱਚਾ ਨਾ ਬੋਲੋ ਜਿਨ੍ਹਾਂ ਨੇ ਤੁਹਾਨੂੰ ਬੋਲਣਾ ਸਿਖਾਇਆ। ਬੋਲਣਾ ਸਿਖਾਉਣਾ ਤਾਂ ਬਾਅਦ ਚੋਂ ਆਉਂਦਾ। ਭਗਤ ਕਬੀਰ ਜੀ ਜੋ ਕਹਿੰਦੇ ਆ ਕਿ ਜਿੰਨਾ ਕਰਕੇ ਤੁਹਾਡਾ ਜਨਮ ਹੋਇਆ ਤੇ ਬੋਲਣਾ ਸਿੱਖੇ ਨਾ, ਭਗਤ ਅੱਗੇ ਸੋਚਦੇ ਆ। ਭਗਤ ਦੀ ਸੋਚ ਬਹੁਤ ਡੂੰਘੀ ਹੁੰਦੀ ਆ, ਗੈਰ ਗੰਭੀਰ ਹੁੰਦੀ ਹੈ। ਜਿੰਨਾ ਕਰਕੇ ਤੁਹਾਡਾ ਜਨਮ ਹੋਇਆ ਉਹਨਾਂ ਅੱਗੇ ਕਦੇ ਵੀ ਜ਼ੁਬਾਨ ਨਾ ਲੜਾਓ, ਉੱਚੀ ਨਾ ਬੋਲੋ, ਫਿੱਕਾ ਨਾ ਬੋਲੋ। ਤਾਂ ਅੱਜ ਦਾ ਜਿਹੜਾ ਹੁਕਮ ਜੀਵ ਤੇ ਹੀ ਹੈ, ਸਾਰਾ ਰਸਨਾ ਤੇ ਹੀ ਹੈ। ਕਾਹੇ ਪੂਤ ਝਗੜਤ ਹਉ ਸੰਗ ਬਾਪ, ਭਗਤ ਕਬੀਰ ਜੀ, ਹੇ ਪੁੱਤਰ ਤੂੰ ਆਪਦੇ ਬਾਪ ਨਾਲ, ਪਿਤਾ ਜੀ ਨਾਲ ਕਿਉਂ ਝਗੜਦਾ ਹੈ। ਜਿਨ ਕੇ ਜਨੇ ਬੜੀਰੇ ਤੁਮ ਹੋ, 300 ਝਗੜਤ ਪਾਪ। ਜਿਹਦੇ ਕਰਕੇ ਤੇਰਾ ਜਨਮ ਹੋਇਆ ਉਹ ਮਾਂ ਪਿਓ ਨਾਲ ਤੂੰ ਕਿਉਂ ਕਲੇਸ਼ ਰੱਖਦਾ ਹੈ। ਭਗਤ ਕਬੀਰ ਸਾਹਿਬ ਜੀ ਗੱਲ ਕਹਿ ਰਹੇ ਆ। ਤਾਂ ਜਿਹੜੀ ਰਸਨਾ ਹੈ, ਜਿਹੜੀ ਜੀਵ ਆ, ਉਹਦੇ ਨਾਲ ਤੁਸੀਂ ਠੀਕ ਢੰਗ ਨਾਲ ਇਹਨੂੰ ਇਸਤੇਮਾਲ ਕਰਨਾ ਸਿੱਖੋ ਤੇ ਤੁਸੀਂ ਗੁਰੂ ਦੇ ਨੇੜੇ ਹੋ ਜਾਓਗੇ। ਇਹ ਗੁਰੂ ਅਰਜਨ ਦੇਵ ਜੀ ਕਹਿ ਰਹੇ ਆ। ਗੁਰੂ ਸਾਹਿਬ ਜੀ ਨੂੰ ਜਦੋਂ ਤੱਤੀ ਤਵੀ ਤੇ ਬਿਠਾਇਆ ਜਾਂਦਾ ਹੈ, ਉਹ ਤਾਂ ਉਦੋਂ ਵੀ ਆਪਣੇ ਜਿਹੜੇ ਦੁਸ਼ਮਣ ਆ ਉਹਨਾਂ ਨੂੰ ਮੰਨੀ ਫਿਰਦੇ ਆ, ਗੁਰੂ ਸਾਹਿਬ ਜੀ ਨੂੰ ਤਸੀਹੇ ਦਿੰਦੇ ਆ। ਗੁਰੂ ਸਾਹਿਬ ਨੇ ਤਾਂ ਉਹਨਾਂ ਨੂੰ ਵੀ ਮਾੜਾ ਸ਼ਬਦ ਨਹੀਂ ਆਖਿਆ। ਜੇ ਕਿਹਾ ਤਾਂ ਇਹੀ ਗਿਆ ਕਿ ਸਾਈਂ ਮੀਆਂ ਮੀਰ ਜੀ ਤੇਰਾ ਕੀਆ, ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਤਾਂ ਮਿੱਠਾ ਬੋਲਣ ਦੇ ਨਾਲ ਤੁਹਾਨੂੰ ਇੱਕ ਸ਼ਾਂਤੀ ਮਿਲਦੀ ਆ, ਜਿਹੜੀ ਹੋਰ ਕਦੇ ਵੀ ਹੋਰ ਕਿਸੇ ਚੀਜ਼ ਨਾਲ ਨਹੀਂ ਮਿਲੇਗੀ। ਕੌੜਾ ਬੋਲਣ ਵਾਲਾ ਬੰਦਾ ਇਹ ਸੁੱਖ ਤੋਂ ਸਦਾ ਹੀ ਸੱਖਣਾ ਰਹਿੰਦਾ। ਜਿਹੜਾ ਕੌੜਾ ਬੋਲਦਾ ਉਹ ਕਦੇ ਵੀ ਉਹ ਸ਼ਾਂਤੀ ਨਹੀਂ ਲੈ ਸਕਦਾ ਜਿਹੜੀ ਇੱਕ ਮਿੱਠਾ ਬੋਲਣ ਵਾਲੇ ਕੋਲ ਹੁੰਦੀ ਹੈ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਭਲਾਏ। ਇਹਦੇ ਨਾਲ ਸੰਬੰਧਿਤ ਰੋਜ਼ਾਨਾ ਜਿਹੜੀ ਸਾਖੀ ਆਪਾਂ ਸੁਣਦੇ ਹਾਂ ਉਹ ਹੁਣ ਆਪ ਜੀ ਸਰਵਣ ਕਰੋ। ਸਾਰੇ ਸਰੀਰ ਨੂੰ ਕੰਨ ਬਣਾ ਕੇ। ਪਿਆਰੇ ਦੀਆਂ ਸਾਖੀਆਂ ਬਹੁਤ ਮਹਿੰਗੀਆਂ ਨੇ। ਇਹਨਾਂ ਨੂੰ ਪਹਿਲਾਂ ਜੋ ਲਿਖਿਆ ਕਿਸੇ ਨੇ ਬਹੁਤ ਖੋਜ ਕਰਕੇ ਲਿਖਿਆ, ਬਹੁਤ ਖੋਜ ਕਰਕੇ ਲਿਖੀਆਂ ਜਾਂਦੀਆਂ। ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਇਹਨਾਂ ਨੂੰ ਲਿਖਣ 'ਤੇ, ਖੋਜਣ 'ਤੇ, ਬਾਅਦ 'ਚ ਕਿਤਾਬ ਛਪਾਉਣ 'ਤੇ ਬਹੁਤ ਕੁਝ, ਬਹੁਤ ਮਿਹਨਤ ਲੱਗਦੀ ਹੈ। ਇਸ ਤਰ੍ਹਾਂ ਫਿਰ ਸਾਰਾ ਕੁਝ ਹੁੰਦਾ। ਫਿਰ ਉਹਨੂੰ ਵਿਦਵਾਨ ਪੜ੍ਹਦੇ ਆ, ਪੜਚੋਲਦੇ ਆ, ਫਿਰ ਉਹਨੂੰ ਸੰਗਤ ਵਿੱਚ ਰੱਖਿਆ ਜਾਂਦਾ ਹੈ। ਤਾਂ ਇਹਦੇ 'ਤੇ ਬਹੁਤ ਮਸ਼ੱਕਤ ਲੱਗੀ ਹੁੰਦੀ ਹੈ ਅਤੇ ਇਹਨੂੰ ਪੂਰੇ ਗੌਰ ਦੇ ਨਾਲ ਸੁਣਨਾ ਚਾਹੀਦਾ। ਗੁਰੂ ਨਾਨਕ ਸਾਹਿਬ ਜੀ ਜਿਹੜੇ ਹਨ, ਉਹਨਾਂ ਨੂੰ ਪਿਆਰ ਕਰਨ ਵਾਲੇ ਭਾਈ ਮਨ ਸੁਖ ਜੀ, ਜਿਹੜੇ ਕਿ ਗੁਰੂ ਦੀ ਸ਼ਰਨ ਪੈ ਕੇ ਇੱਕ ਵੱਡੇ ਵਪਾਰੀ ਸੀ, ਪਰ ਉਹਨਾਂ ਦੇ ਮਨ ਨੂੰ ਸੁੱਖ ਨਹੀਂ ਸੀ ਕੋਈ। ਬਾਬਾ ਮਰਦਾਨਾ ਜੀ ਉਹਨਾਂ ਨੂੰ ਨਾਲ ਲੈ ਕੇ ਆਏ। ਫਿਰ ਗੁਰੂ ਸਾਹਿਬ ਜੀ ਦੀ ਸ਼ਰਨ ਪਏ ਭਾਈ ਭਗੀਰਥ ਜੀ ਦੁਆਰਾ ਹੀ, ਅਤੇ ਉਸ ਤੋਂ ਬਾਅਦ ਉਹ ਗੁਰਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਜੀ ਜੋ ਸ਼ਬਦ ਗਾਉਂਦੇ ਨਾ ਤੇ ਕਾਗਜ਼ 'ਤੇ ਲਿਖ ਲੈਂਦੇ। ਵਿਦਵਾਨਾਂ ਦਾ ਇਹ ਮੰਨਣਾ, ਭਾਈ ਵੀਰ ਸਿੰਘ ਜੀ ਦਾ, ਕਿ ਜਦੋਂ ਵੀ ਬਾਬੇ ਨੇ ਕੋਈ ਬਾਣੀ ਗਾਈ ਆ, ਕੀਰਤਨ ਕੀਤਾ, ਤਾਂ ਮਨ ਸੁਖ ਜੀ ਨੇ ਉਹਦਾ ਉਤਾਰਾ ਕਾਗਜ਼ 'ਤੇ ਕਰਕੇ ਰੱਖ ਲਿਆ। ਤਾਂ ਉਹਨਾਂ ਸ਼ਬਦਾਂ ਨੂੰ ਵਾਰ-ਵਾਰ ਦੁਹਰਾਉਂਦੇ। ਅਤੇ ਇੱਕ ਦਿਨ ਇਹ ਆਪਣਾ ਜਹਾਜ਼ ਲੈ ਕੇ ਸਮੁੰਦਰੀ ਬੇੜਾ
ਤੇ ਸੰਗਲਾ ਦੀਪ ਵਿੱਚ ਚਲੇ ਗਏ। ਜਿਹੜੇ ਮਨ ਸੁਖ ਜੀ ਹਨ ਭਾਈ ਮਨ ਸੁਖ ਜੀ, ਇਹਨਾਂ ਦੇ ਹੁਣ ਮਨ ਨੂੰ ਸੁੱਖ ਆ, ਉਹ ਚਲੇ ਗਏ ਸੰਗਲਾ ਦੀਪ ਦੇ। ਰਾਜਾ ਸੀ ਉੱਥੋਂ ਦਾ ਰਹਿਣ ਵਾਲਾ, ਪਰ ਉੱਥੋਂ ਦੀ ਇੱਕ ਕਮੀ ਸੀ ਉਹਨਾਂ ਵਿੱਚ। ਉਹ ਰਾਜਾ ਸੀ ਨਾ ਜਿਹੜਾ ਇਕਾਦਸ਼ੀ ਦਾ ਵਰਤ ਰੱਖਦਾ ਸੀ। ਕੁਝ ਲੋਕ ਹੁੰਦੇ ਨੇ ਉਹ ਧਰਮ ਨੂੰ ਵੀ ਕਰਮ ਕਾਂਡ ਵਿੱਚ ਲੈ ਜਾਂਦੇ, ਤਾਂ ਉਹ ਰੱਖਦਾ ਸੀ ਏਕਾਦਸ਼ੀ ਦਾ ਵਰਤ। ਤੇ ਉਸ ਦਿਨ ਸਾਰੇ ਸੰਗਲਾ ਦੀਪ ਦੇ ਵਿੱਚ ਸਾਰਿਆਂ ਨੂੰ ਵਰਤ ਰੱਖਣਾ ਪੈਂਦਾ ਸੀ, ਕੋਈ ਰੋਟੀ ਨਹੀਂ ਸੀ ਖਾ ਸਕਦਾ ਕੁਝ ਵੀ ਉਸ ਦਿਨ। ਤੇ ਪੱਥਰਾਂ ਦੀ ਪੂਜਾ ਕਰਦੇ ਸੀ, ਮੂਰਤੀ ਦੇ ਉਪਾਸ਼ਕ ਸਨ ਉੱਥੋਂ ਦੇ ਸਾਰੇ ਹੀ ਜਿੰਨੇ ਲੋਕ ਰਹਿੰਦੇ ਸੀ। ਤਾਂ ਮਨ ਸੁਖ ਜੀ ਵੀ ਉੱਥੇ ਚਲੇ ਜਾਂਦੇ ਕੁਦਰਤੀ ਤੌਰ 'ਤੇ। ਉਦੋਂ ਉਹ ਦਿਨ ਚੱਲ ਰਹੇ ਆ ਏਕਾਦਸ਼ੀ ਦੇ, ਸਾਰਿਆਂ ਨੇ ਵਰਤ ਰੱਖਿਆ, ਕਿਸੇ ਨੇ ਵੀ ਰੋਟੀ ਨਹੀਂ ਖਾਧੀ ਉਸ ਦਿਨ, ਤੇ ਸਭ ਨੇ ਕੀਤਾ। ਤੇ ਭਾਈ ਮਨ ਸੁਖ ਜੀ ਤਾਂ ਪ੍ਰਸ਼ਾਦਾ ਛਕ ਰਹੇ ਆ, ਉਹ ਗੁਰੂ ਸਾਹਿਬ ਦੀ ਸਿੱਖਿਆ 'ਤੇ ਚੱਲ ਰਹੇ ਆ ਹੁਣ ਉੱਥੇ, ਤੇ ਉਹ ਸ਼ਬਦ ਪੜ੍ਹ ਰਹੇ ਆ ਕਾਗਜ਼ 'ਤੇ ਲਿਖੇ ਹੋਏ। ਉੱਥੋਂ ਦੇ ਲੋਕਾਂ ਨੂੰ ਪਤਾ ਲੱਗਾ, ਜਿਹੜੇ ਰਹਿਣ ਵਾਲੇ ਲੋਕ ਸੀ, ਕਹਿਣ ਲੱਗੇ ਰਾਜਨ, ਜਿਹੜਾ ਸੰਗਲਾ ਦੀਪ ਦਾ ਰਾਜਾ ਸੀ, ਕਹਿਣ ਲੱਗੇ ਰਾਜਨ, ਇੱਥੋਂ ਇੱਕ ਨਾ ਬਾਹਰੋਂ ਪਰਦੇਸੀ ਬੰਦਾ ਆਇਆ ਚੱਲ ਕੇ, ਉਹ ਤੁਹਾਡੇ ਜਿਹੜੇ ਰੂਲ ਆ ਨਿਯਮ ਆ ਤੁਹਾਡੇ ਉਹ ਫੋਲੋ ਨਹੀਂ ਕਰ ਰਿਹਾ, ਉਹ ਤੁਹਾਡੇ ਤੋਂ ਬਾਗੀ ਹੋ ਰਿਹਾ। ਅਸੀਂ ਸਾਰੇ ਅੱਜ ਕਿਸੇ ਨੇ ਪ੍ਰਸ਼ਾਦਾ ਨਹੀਂ ਛਕਿਆ, ਜੋ ਤੁਸੀਂ ਕਿਹਾ ਅੱਜ ਦੇ ਦਿਨ ਅਸੀਂ ਛੱਡਤਾ, ਪਰ ਉਹ ਰੱਜ ਕੇ ਰੋਟੀ ਉਹਨੇ ਖਾਧੀ। ਸੰਗਲਾ ਦੀਪ ਦਾ ਰਾਜਾ ਸੀ, ਕਹਿੰਦਾ ਬੁਲਾਓ ਕੌਣ ਆ ਉਹ ਪਰਦੇਸੀ। ਬੁਲਾਇਆ ਗਿਆ ਭਾਈ ਮਨ ਸੁਖ ਜੀ ਨੂੰ, ਤੇ ਭਾਈ ਮਨ ਸੁਖ ਜੀ ਤੋਂ ਪੁੱਛਦਾ ਰਾਜਾ ਵੀ ਅਸੀਂ ਅੱਜ ਦੇ ਦਿਨ ਇਹ ਕਰਦੇ ਹਾਂ, ਤੁਸੀਂ ਕਿਉਂ ਇਹ ਕਰ ਰਹੇ ਹੋ, ਤੁਸੀਂ ਪ੍ਰਸ਼ਾਦਾ ਕਿਉਂ ਛਕਿਆ। ਤਾਂ ਉਹ ਜਵਾਬ ਦਿੰਦੇ ਆ ਬਹੁਤ ਸੋਹਣਾ, ਕਿਹਾ ਨਾ ਵੀ ਰਸਨਾ ਜਿਹੜੀ ਆ, ਰਸਨਾ ਜੀਵ ਦਾ ਜਿਹਨੂੰ ਸਹੀ ਇਸਤੇਮਾਲ ਕਰਨਾ ਆਉਂਦਾ ਹੈ, ਉਹ ਹਰ ਜਗ੍ਹਾ ਪ੍ਰਵਾਨ ਹੋਊਗਾ ਬੰਦਾ। ਜਿਹਨੂੰ ਜੀਵ ਦਾ ਸਹੀ ਇਸਤੇਮਾਲ ਨਹੀਂ ਕਰਨਾ ਆਉਂਦਾ, ਉਹ ਥੋੜ੍ਹੇ ਸਮੇਂ ਲਈ ਕਿਤੇ ਟਿਕ ਸਕਦਾ। ਜੇ ਉਹਦੇ 'ਤੇ ਵੀ ਕੋਈ ਬੈਠਾ, ਲੋਕ ਥੋੜ੍ਹੇ ਸਮੇਂ ਲਈ ਉਹਦਾ ਸਤਿਕਾਰ ਕਰਨਗੇ, ਉਹ ਵੀ ਉਹ ਤੋਂ ਜੇ ਕੋਈ ਕੰਮ ਕਢਵਾਉਣਾ, ਬਾਅਦ ਵਿੱਚ ਨਹੀਂ। ਪਰ ਜਿਹੜਾ ਜਿਹਨੂੰ ਜੀਵ ਦਾ ਸਹੀ ਇਸਤੇਮਾਲ ਕਰਨਾ ਆਉਂਦਾ ਹੈ, ਤਾਂ ਉਹ ਬੰਦਾ ਜਾਂ ਉਹ ਇਸਤਰੀ ਸਹੁਰੇ ਘਰ ਵਿੱਚ ਪ੍ਰਵਾਨ ਹੋ ਜਾਂਦੀ ਆ, ਵਸ ਜਾਂਦੀ ਆ ਸੌਖਾ। ਇਹਨੂੰ ਮਿੱਠਾ ਬੋਲਣਾ ਆਉਂਦਾ, ਇਹਨੂੰ ਲਿਆਕਤ ਆ ਬੋਲਣ ਦੀ, ਕੰਮ ਭਾਵੇਂ ਘੱਟ ਕਰਨਾ ਜਾਣਦੀ ਹੈ, ਪਰ ਜੇ ਉਹਨੂੰ ਬੋਲਣ ਦਾ ਸਲੀਕਾ ਹੈ ਨਾ ਤਾਂ ਸੌਖੀ ਵਸਦੀ ਹੈ। ਤੇ ਭਾਈ ਮਨ ਸੁਖ ਜੀ ਆਏ ਉੱਥੇ ਸੰਗਲਾ ਦੀਪ ਦੇ ਰਾਜੇ ਕੋਲ, ਉਹ ਪੁੱਛਦੇ ਨੇ ਵੀ ਅੱਜ ਤੂੰ ਪ੍ਰਸ਼ਾਦਾ ਕਿਉਂ ਛਕਿਆ। ਇੱਥੋਂ ਦਾ ਰੂਲ ਆ, ਨਿਯਮ ਆ, ਏਕਾਦਸ਼ੀ ਦਾ ਵਰਤ ਇੱਥੇ ਸਾਰੇ ਰੱਖਦੇ ਆ, ਕੋਈ ਪ੍ਰਸ਼ਾਦਾ ਨਹੀਂ ਛਕਦਾ, ਤੂੰ ਇਹ ਕਿਉਂ ਕੀਤਾ। ਉਹ ਕਹਿਣ ਲੱਗੇ ਰਾਜਨ, ਇੱਕ ਦਿਨ ਰੋਟੀ ਆਪਾਂ ਛੱਡ ਦਈਏ, ਕੀ ਆਪਾਂ ਅਗਲੇ ਦਿਨ ਰੋਟੀ ਨਹੀਂ ਖਾਵਾਂਗੇ। ਇਸ ਤਰ੍ਹਾਂ ਉਹਨਾਂ ਨੇ ਫਿਰ ਉਹਨਾਂ ਦੇ ਸਵਾਲ 'ਤੇ ਸਵਾਲ ਕੀਤਾ ਭਾਈ ਮਨ ਸੁਖ ਨੇ, ਕਿ ਮੰਨ ਲਓ ਆਪਾਂ ਰੋਟੀ ਅੱਜ ਛੱਡ ਦਈਏ, ਤੇ ਸਦਾ ਨਹੀਂ ਨਾ ਆਪਾਂ ਰੋਟੀ ਛੱਡ ਸਕਦੇ, ਤਾਂ ਜਿਹੜੀ ਚੀਜ਼ ਨੂੰ ਆਪਾਂ ਛੱਡ ਹੀ ਨਹੀਂ ਸਕਦੇ, ਉਹਨੂੰ ਇੱਕ ਦਿਨ ਛੱਡ ਕੇ ਇਹ ਕਹਿਣਾ ਅੱਜ ਮੈਂ ਸ਼ੁੱਧ ਹੋ ਗਿਆ, ਤਾਂ ਇਹ ਕੋਈ ਰੀਤੀ ਨਹੀਂ। ਇਹ ਤਾਂ ਸਰੀਰ ਐਸਾ ਇੱਕ ਵਾਹਨ ਆ, ਇੱਕ ਗੱਡੀ ਆ, ਜਿਵੇਂ ਕਿ ਗੱਡੀ ਵਿੱਚ ਪੈਟਰੋਲ ਪਾਓ ਤੇ ਚੱਲਦੀ ਆ, ਇਸ ਤਰ੍ਹਾਂ ਹੂਬਹੂ ਇਹ ਉਹ ਗੱਡੀ ਆ ਜਿਹਦੇ ਵਿੱਚ ਅੰਨ ਤੇ ਪਾਣੀ ਪਾਓ, ਇਹ ਰਿੜਦੀ ਆ, ਨਹੀਂ ਰਿੜਦੀ ਨਹੀਂ ਗੱਡੀ, ਕਿੰਨਾ ਕੁ ਸਮਾਂ ਆਪਾਂ ਛੱਡ ਲਾਂਗੇ। ਇਸ ਕਰਕੇ ਭੂਖੇ ਭਗਤ ਨਾ ਕੀਜੈ, ਜਹ ਮਾਲਾ ਆਪਣੀ ਲੀਜੈ। ਭੁੱਖੇ ਬੰਦਾ ਜਿਹੜਾ ਹੈ, ਭਗਤ ਕਬੀਰ ਜੀ ਕਹਿੰਦੇ, ਜਦੋਂ ਉਹ ਅੱਖਾਂ ਮਿਟੂਗਾ ਉਹਨੂੰ ਰੋਟੀ ਯਾਦ ਆਊਗੀ, ਉਹਨੂੰ ਗੁਰੂ ਨਹੀਂ ਯਾਦ ਆ ਸਕਦਾ। ਇਸ ਕਰਕੇ ਹਾਂ ਇੰਨਾ ਹੋ ਸਕਦਾ ਵੀ ਤੁਸੀਂ ਰੋਟੀ ਨੂੰ ਸਹੀ ਢੰਗ ਨਾਲ ਛਕੋ, ਵੱਧ ਨਾ ਛਕੋ, ਭੁੱਖ ਤੋਂ ਵੱਧ ਨਾ ਛਕੋ, ਇਹ ਆਪਾਂ ਕਰ ਸਕਦੇ ਹਾਂ। ਕਈ ਵਾਰੀ ਸਵਾਦ ਵਿੱਚ ਮੈਂ ਜਾਂ ਤੁਸੀਂ ਆਪਾਂ ਵੱਧ ਖਾ ਜਾਂਦੇ ਹਾਂ, ਉਹਨੂੰ ਬਾਣੀ ਮਨਾ ਕਰਦੀ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਭੁੱਖ ਤੋਂ ਵੱਧ ਕੇ ਖਾਣਾ ਇੱਕ ਬੁਰਕੀ ਵੀ ਉਹ ਦੁੱਖ ਦਿੰਦੀ ਹੈ ਬੰਦੇ ਨੂੰ, ਉਹੀ ਰੋਗ ਬਣਦੀ ਹੈ। ਇਸ ਕਰਕੇ ਫਿਰ ਉਹ ਭਾਈ ਮਨ ਸੁਖ ਜੀ ਕਹਿੰਦੇ ਰੋਟੀ ਬਿਨਾਂ ਤਾਂ ਸਰ ਨਹੀਂ ਸਕਦਾ ਰਾਜਨ, ਰੋਟੀ ਕਿਉਂ ਛੱਡਣੀ ਆਪਾਂ, ਉਹਨੂੰ ਠੀਕ ਢੰਗ ਨਹੀਂ ਖਾਓ।
ਫਿਰ ਉਹ ਕਹਿੰਦੇ ਤੁਸੀਂ ਪੱਥਰ ਦੀ ਪੂਜਾ ਕਰਦੇ ਹੋ ਤੇ ਤੂੰ ਕਾਗਜ਼ ਤੇ ਕੁਝ ਲਿਖਿਆ ਪੜ੍ਹਦਾ ਹੈ ਕੀ ਆ? ਉਹ ਕਹਿੰਦਾ ਇਹ ਮੇਰੇ ਗੁਰੂ ਦੇ ਸ਼ਬਦ ਆ, ਇਹ ਗੁਰੂ ਸਾਹਿਬ ਦੇ ਸ਼ਬਦ ਨੇ, ਇਹ ਮੈਂ ਪੜ੍ਹਦਾ ਹਾਂ। ਤਾਂ ਉਹਨਾਂ ਨੇ ਦੋ ਮਾਰਗ ਦੱਸੇ ਉੱਥੇ, ਕਹਿੰਦੇ ਇੱਕ ਕੀੜੀ ਦਾ ਮਾਰਗ ਹੁੰਦਾ ਤੇ ਇੱਕ ਪੰਛੀ ਦਾ ਮਾਰਗ ਹੁੰਦਾ। ਇਹ ਬਹੁਤ ਸੋਹਣੀ ਗੱਲ ਲਿਖੀ ਉਹ ਗ੍ਰੰਥ ਵਿੱਚ। ਭਾਈ ਮਨਸੁਖ ਜੀ ਕਹਿ ਰਹੇ ਆ ਰਾਜੇ ਨੂੰ, ਕਹਿੰਦੇ ਦੋ ਤਰ੍ਹਾਂ ਦੇ ਰਾਹ ਹੁੰਦੇ, ਇੱਕ ਕੀੜੀ ਦਾ ਰਾਹ ਹੁੰਦਾ, ਇੱਕ ਪੰਛੀ ਦਾ ਰਾਹ ਹੁੰਦਾ। ਕੀੜੀ ਦਾ ਰਾਹ ਜਿਹੜਾ ਹੁੰਦਾ ਉਹ ਉਹਨਾਂ ਬੰਦਿਆਂ ਲਈ ਆ ਜਿਹੜੇ ਕਰਮਕਾਂਡੀ ਬੰਦੇ ਆ, ਧਰਮ ਦੇ ਨਾਂ ਤੇ ਇਹ ਕਰਨਾ, ਆਪਾਂ ਇਹ ਕਰਨਾ, ਬਹੁਤ ਕੁਝ ਕਰਦੇ ਆ ਪਰ ਗੁਰੂ ਜੋ ਕਹਿੰਦਾ ਉਹ ਨਹੀਂ ਕਰਦੇ। ਕੀੜੀ ਜਿਵੇਂ ਆਪਣੇ ਮਾਰਗ ਤੇ ਬਹੁਤ ਹੌਲੀ ਸਲੋ ਤਰੀਕੇ ਨਾਲ ਪਹੁੰਚੂਗੀ, ਬਹੁਤ ਸਮਾਂ ਲੱਗੂਗਾ, ਇਸ ਤਰ੍ਹਾਂ ਕਰਮਕਾਂਡੀ ਬੰਦਾ ਪਹੁੰਚਦਾ ਹੀ ਨਹੀਂ। ਕੀੜੀ ਤਾਂ ਹੋ ਸਕਦਾ ਪਹੁੰਚ ਜੇ, ਪਰ ਉਹ ਕਰਮਕਾਂਡੀ ਬੰਦਾ ਨਹੀਂ ਪਹੁੰਚ ਸਕਦਾ। ਜਿਹੜਾ ਗੁਰੂ ਨਾਨਕ ਦਾ ਮਾਰਗ ਹੈ ਉਹ ਰਾਜਨ ਪੰਛੀ ਵਾਲਾ ਮਾਰਗ ਆ। ਜਿਵੇਂ ਪੰਛੀ ਨੇ ਉਡਾਰੀ ਮਾਰੀ ਇੱਥੋਂ ਇੱਕ ਟਾਹਣੀ ਤੋਂ ਦੂਜੀ ਟਾਹਣੀ ਤੇ, ਬੜੀ ਛੇਤੀ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇ ਸ਼ਬਦਾਂ ਨੂੰ ਜੋ ਮਨ 'ਚ ਵਸਾਉਂਦਾ ਹੈ ਉਹ ਬੜੀ ਛੇਤੀ ਉੱਡ ਕੇ ਪਹੁੰਚ ਜਾਂਦਾ। ਇਸ ਕਰਕੇ ਵੀ ਆਖਿਆ ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਤਾਂ ਸੰਗਲਾਦੀਪ ਦਾ ਜਿਹੜਾ ਰਾਜਾ ਹੈ ਉਹ ਵਿੰਨਿਆ ਗਿਆ ਭਾਈ ਮਨਸੁਖ ਦੇ ਸ਼ਬਦਾਂ ਦੇ ਨਾਲ, ਉਹਦਾ ਹਿਰਦਾ ਵਿੰਨਿਆ ਗਿਆ। ਕਹਿਣ ਲੱਗਾ ਤੁਸੀਂ ਕਿਹਦੀ ਗੱਲ ਕਰਦੇ ਹੋ, ਇਹ ਕੌਣ ਨੇ? ਜਿਵੇਂ ਆਪਾਂ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਸ਼ਬਦ ਸੁਣਿਆ ਸੀ ਗੁਰੂ ਨਾਨਕ ਸਾਹਿਬ ਜੀ ਦਾ, ਪੁੱਛਿਆ ਇਹ ਕਿਹਦੀ ਬਾਣੀ ਹੈ, ਕਿਸ ਦੀ ਬਾਣੀ ਆ? ਗੁਰੂ ਅੰਗਦ ਦੇਵ ਜੀ ਦੀ ਬਾਣੀ ਸੁਣੀ, ਕਿਸ ਦੀ ਬਾਣੀ ਆ? ਤਾਂ ਸੰਗਲਾਦੀਪ ਦਾ ਰਾਜਾ ਪੁੱਛਦਾ ਇਹ ਕੌਣ ਨੇ ਜਿਨ੍ਹਾਂ ਦੀ ਤੂੰ ਬਾਣੀ ਪੜ੍ਹਦਾ? ਮਨਸੁਖ ਨੂੰ ਜੋ ਕਾਗਜ਼ ਤੇ ਤੂੰ ਉਤਾਰਾ ਕੀਤਾ। ਉਹ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਜੀ ਹਨ, ਇਹ ਉਹਨਾਂ ਦੀ ਬਾਣੀ ਆ। ਨਾਨਕ ਫਿੱਕੈ ਬੋਲਿਐ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੁੱਟੀਐ, ਮੋ ਥੁੱਕਾਂ ਫਿੱਕੇ ਪਾਏ। ਫਿੱਕੇ ਬੰਦੇ ਨੂੰ ਦਰਗਾਹ ਦੇ ਵਿੱਚ ਇਉਂ ਬਾਹਰ ਕੱਢ ਕੇ ਸੁੱਟਿਆ ਜਾਂਦਾ ਹੈ ਜਿਹੜਾ ਕੌੜਾ ਬੋਲਦਾ। ਜਿਵੇਂ ਦੁੱਧ ਦੇ ਵਿੱਚ ਪਈ ਹੋਈ ਮੱਖੀ ਨੂੰ ਆਪਾਂ ਸੁੱਟ ਦਿੰਦੇ ਹਾਂ ਬਾਹਰ, ਪ੍ਰਵਾਨ ਨਹੀਂ ਕਰਦੇ ਵੀ ਦੁੱਧ ਨੂੰ ਖਰਾਬ ਕਰੂਗੀ, ਇਸ ਤਰ੍ਹਾਂ ਉਹ ਬੰਦੇ ਨੂੰ ਇਵੇਂ ਸੁੱਟ ਦਿੰਦੇ ਆ। ਤਾਂ ਜੇਕਰ ਤੁਸੀਂ ਸ਼ਾਂਤੀ ਰੱਖਣੀ ਚਾਹੁੰਦੇ ਹੋ ਆਪਣੇ ਮਨ 'ਚ, ਸਭ ਤੋਂ ਪਹਿਲਾ ਧਰਮ ਦਾ ਕਦਮ ਹੈ ਕਿ ਤੁਸੀਂ ਮਿੱਠਾ ਬੋਲਣਾ ਸਿੱਖੋ। ਜਿਹੜੀ ਇਸਤਰੀ ਨੂੰ ਮਿੱਠਾ ਬੋਲਣਾ ਨਹੀਂ ਆਉਂਦਾ ਉਹ ਕੁਝ ਵੀ, ਭਾਵੇਂ ਕਿੰਨਾ ਵੀ ਉਹਦੇ ਤੇ ਮਹਾਰਾਜ ਨੇ ਸੁਹੱਪਣ ਬਖਸ਼ਿਆ ਹੋਵੇ, ਉਹ ਸਹੁਰੇ ਘਰ ਵਿੱਚ ਵਸ ਨਹੀਂ ਸਕਦੀ ਸਹੀ ਢੰਗ ਨਾਲ, ਉਹਦਾ ਕਲੇਸ਼ ਰਹੂਗਾ। ਜਿਹੜੇ ਇਨਸਾਨ ਨੂੰ ਠੀਕ ਢੰਗ ਨਾਲ ਬੋਲਣਾ ਨਹੀਂ ਆਉਂਦਾ ਉਹ ਬੰਦਿਆਂ ਦੇ ਨੇੜੇ ਨਹੀਂ ਹੋ ਸਕਦਾ, ਉਹ ਗੁਰੂ ਦੇ ਨੇੜੇ ਕਿਵੇਂ ਹੋ ਜਾਊਗਾ? ਤਾਂ ਤੁਸੀਂ ਇਹ ਚੀਜ਼ਾਂ ਨੂੰ ਮੰਨੋ। ਰਸਨਾ ਗੁਣ ਗੋਪਾਲ ਨਿਧ ਗਾਏ। ਜਿਹੜੇ ਬੰਦੇ ਨੇ ਆਪਣੀ ਰਸਨਾ ਦਾ ਸਹੀ ਇਸਤੇਮਾਲ ਕੀਤਾ, ਮਿੱਠੇ ਮਿੱਠੇ ਬਚਨ ਬੋਲੇ ਆ, ਪਰ ਸ਼ਰਤ ਇਹ ਆ ਵੀ ਉਹਦੀ ਬਾਹਰ ਵੀ ਮਿਠਾਸ ਹੋਵੇ, ਉਹਦੇ ਅੰਦਰ ਵੀ ਮਿਠਾਸ ਹੋਵੇ। ਭਗਤ ਕਬੀਰ ਜੀ ਦੇ ਵਾਂਗ ਕਹਿਣ ਵਾਂਗ ਇਹ ਨਾ ਹੋਵੇ ਕਿ ਉਹ ਬੰਦਾ ਧੋਤੀ ਹੋਈ ਮੋਮ ਵਰਗਾ ਸੀ, ਉਹਦੇ ਕੱਪੜੇ ਵੀ ਬਹੁਤ ਸੋਹਣੇ ਪਾਏ ਸੀ, ਗੱਲਬਾਤ ਵੀ ਬੜੀ ਸੋਹਣੀ ਕਰਦਾ ਸੀ, ਪਰ ਉਹਦੇ ਦਿਲ 'ਚ ਖੋਟ ਸੀ। ਐਵੇਂ ਵੀ ਨਹੀਂ ਹੋਣਾ ਚਾਹੀਦਾ। ਤਾਂ ਤੁਸੀਂ ਬਾਹਰੋਂ ਵੀ ਮਿਠਾਸ ਹੋਵੇ, ਤੁਹਾਡੇ ਅੰਦਰੋਂ ਵੀ ਮਿਠਾਸ ਹੋਵੇ, ਫਿਰ ਤੁਸੀਂ ਕਬੂਲ ਹੁੰਦੇ ਹੋ ਗੁਰੂ ਦੇ ਦਰ 'ਤੇ। ਤਾਂ ਪਹਿਲੀ ਸ਼ਰਤ ਬਸ ਇਹੀ ਆ, ਮਿੱਠਾ ਬੋਲੋ। ਜਦੋਂ ਤੁਸੀਂ ਠੀਕ ਢੰਗ ਨਾਲ ਬੋਲਦੇ ਹੋ ਤੁਹਾਨੂੰ ਸ਼ਾਂਤੀ ਆਊਗੀ, ਤੁਹਾਨੂੰ ਸ਼ਾਂਤੀ ਆਊਗੀ, ਸੁਣਨ ਵਾਲੇ ਨੂੰ ਸ਼ਾਂਤੀ ਆਊ। ਆਸੇ ਪਾਸੇ ਜੇ ਲੋਕ ਖੜੇ ਆ ਉਹ ਸੁਣ ਰਹੇ ਆ, ਉਹਨਾਂ ਨੂੰ ਵੀ ਇਹ ਚੰਗਾ ਲੱਗੂਗਾ। ਤਾਂ ਜੋ ਮੰਗੈ ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਰਸਾਇਨ। ਫਿਰ ਭਗਤ ਜਦੋਂ ਜੀਵ ਨੂੰ ਹੀ ਸਹੀ ਇਸਤੇਮਾਲ ਕਰਨ ਲੱਗ ਗਏ, ਫਿਰ ਜੋ ਮੰਗਦੇ ਆ ਉਹ ਰੱਬ ਤੋਂ ਉਹ ਪਾ ਲੈਂਦੇ ਆ। ਜਨਮ ਮਰਨ ਦੋਹੂ ਤੇ ਛੂਟੇ, ਇਹੀ ਨਹੀਂ ਕੇਵਲ ਜੋ ਮੰਗਦੇ ਆ ਉਹੀ ਮਿਲਦਾ, ਜਨਮ ਮਰਨ ਤੋਂ ਵੀ ਛੁੱਟ ਜਾਂਦੇ ਆ, ਜੱਗ ਤੋਂ ਸੰਸਾਰ ਤੋਂ ਤਰ ਜਾਂਦੇ ਆ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਵਿੰਦ ਪਰਾਇਨ। ਖੋਜ ਖੋਜ ਕੇ ਇਹ ਤਤ ਨਿਚੋੜ ਮੈਂ ਕੱਢਿਆ। ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਆ ਉਹ ਜੀਵ ਦੇ ਨਾਲ ਕਦੇ ਕੌੜਾ ਨਹੀਂ ਬੋਲਦੇ, ਉਹ ਸਦਾ ਹੀ ਆਪਣੀ ਜੀਵ ਦੁਆਰਾ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਦੇ ਆ।
ਅਬਨਾਸੀ ਖੇਮ ਚਾਹੇ ਜੇ ਨਾਨਕ। ਅਬਨਾਸੀ ਖੇਮ ਹੁੰਦਾ ਕਦੇ ਨਾ ਮੁੱਕਣ ਵਾਲਾ ਸੁੱਖ। ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਜੇ ਤੂੰ ਬੰਦਿਆ ਇਹ ਚੀਜ਼ ਚਾਹੁੰਦਾ ਹੈ, ਅਖੀਰਲੀ ਪੰਕਤੀ ਆ, ਸਦਾ ਸਿਮਰ ਨਾਰਾਇਣ। ਨਾਰਾਇਣ ਰੱਬ ਦਾ ਹੀ ਨਾਮ ਆ, ਬਹੁਤ ਨਾਮ ਆ ਪਰਮਾਤਮਾ ਦੇ। ਗੋਬਿੰਦ ਉਹਦਾ ਨਾਮ ਆ, ਬੀਠਲ ਉਹਦਾ ਨਾਮ ਆ, ਰਾਮ ਵੀ ਉਹਦਾ ਨਾਮ ਆ, ਅੱਲਾ ਵੀ ਉਹਦਾ ਨਾਮ ਆ, ਖੁਦਾ ਵੀ ਉਹਦਾ ਨਾਮ ਆ, ਕਰੀਮ ਵੀ ਉਹਦਾ ਨਾਮ ਆ, ਰਹੀਮ ਵੀ ਉਹਦਾ ਨਾਮ ਆ, ਵਾਹਿਗੁਰੂ ਵੀ ਉਹਦਾ ਨਾਮ ਆ, ਸਤਨਾਮ ਵੀ ਉਹਦਾ ਨਾਮ ਆ, ਬਹੁਤ ਨਾਮ ਆ। ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਕੋਈ ਵੀ ਨਾਮ ਤੁਸੀਂ ਲਓ, ਬਹੁਤ ਸੋਹਣੇ ਆ ਸਾਰੇ ਨਾਮ ਉਹਦੇ। ਤੇ ਅਬਨਾਸੀ ਖੇਮ ਚਾਹੇ ਜੇ ਨਾਨਕ। ਜੇ ਤੂੰ ਬੰਦਿਆ ਸਦਾ ਹੀ ਚਾਹੁੰਦਾ ਵੀ ਕਦੇ ਨਾ ਮੁੱਕਣ ਵਾਲਾ ਸੁੱਖ, ਤਾਂ ਉਹਨੂੰ ਚੇਤੇ ਕਰਨਾ ਪਊਗਾ ਤੈਨੂੰ। ਤਾਂ ਉਹੀ ਭਾਈ ਨੰਦ ਲਾਲ ਜੀ ਵਾਲੀ ਗੱਲ, ਜੇ ਤੈਨੂੰ ਰੱਬ ਦੀ ਯਾਦ ਪ੍ਰਾਪਤ ਹੋ ਜੇ ਤਾਂ ਸਮਝ ਲਈ ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ। ਉਸ ਦਿਨ ਸਮਝੀ। ਪਹਿਲਾਂ ਹਾਲਾਤ ਠੀਕ ਹੁੰਦੇ ਆ, ਪਹਿਲਾਂ ਫੈਸਿਲਿਟੀਜ਼ ਜਿਹੜੀਆਂ ਹੁੰਦੀਆਂ ਨੇ, ਸਹੂਲਤਾਂ ਮਿਲ ਸਕਦੀਆਂ, ਆਪਣੇ ਕੋਲ ਵਧੀਆ ਘਰ ਹੋ ਸਕਦੇ ਆ, ਆਪਣੇ ਕੋਲ ਵਧੀਆ ਗੱਡੀ ਹੋ ਸਕਦੀ ਆ ਜਾਣ ਆਉਣ ਲਈ, ਆਪਣੇ ਕੋਲ ਵਧੀਆ ਕੱਪੜੇ ਹੋ ਸਕਦੇ ਆ, ਪਰ ਕਦੇ ਨਾ ਮੁੱਕਣ ਵਾਲਾ ਸੁੱਖ ਉਹ ਸਹੂਲਤਾਂ ਨੇ ਦੂਜੀਆਂ। ਕਦੇ ਨਾ ਮੁੱਕਣ ਵਾਲਾ ਸੁੱਖ ਜਿਹਨੂੰ ਜਪਜੀ ਸਾਹਿਬ ਵਿੱਚ ਸਦਾ ਵਿਗਾਸ ਬਾਰ-ਬਾਰ ਆਉਂਦਾ, ਨਾਨਕ ਭਗਤਾਂ ਸਦਾ ਵਿਗਾਸ। ਭਾਈ ਮਤੀ ਦਾਸ ਜੀ ਚੀਰੇ ਜਾ ਰਹੇ ਆ, ਸਦਾ ਵਿਗਾਸ। ਗੁਰੂ ਅਰਜਨ ਦੇਵ ਜੀ ਤਤੀ ਤਵੀ 'ਤੇ ਬੈਠੇ ਆ, ਜਿਨ੍ਹਾਂ ਦਾ ਸ਼ਹੀਦੀ ਗੁਰਪੁਰਬ ਆ ਰਿਹਾ, ਸਦਾ ਵਿਗਾਸ। ਬਾਬੇ ਨਾਨਕ ਜੀ ਦੇ ਰੋੜੇ ਮਾਰੇ ਜਾ ਰਹੇ ਆ, ਸਦਾ ਵਿਗਾਸ। ਮਹਾਤਮਾ ਬੁੱਧ ਜੀ 'ਤੇ ਥੁੱਕਿਆ ਜਾ ਰਿਹਾ, ਥੁੱਕ ਪਹੁੰਚ ਹੀ ਨਹੀਂ ਰਿਹਾ, ਥੁੱਕ ਜਾਂਦੇ ਆ, ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ, ਸਦਾ ਵਿਗਾਸ। ਈਸਾ ਸਲੀਬ 'ਤੇ ਚੜਾਤਾ, ਸੂਲੀ 'ਤੇ ਆ, ਉਹ ਸਦਾ ਵਿਗਾਸ। ਸੁਕਰਾਤ ਨੂੰ ਜ਼ਹਿਰ ਦੇਤੀ, ਸਦਾ ਵਿਗਾਸ। ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸਰਹੰਦ ਦੀਆਂ ਦੀਵਾਰਾਂ ਵਿੱਚ ਆ, ਸਦਾ ਵਿਗਾਸ। ਨਾਨਕ ਭਗਤਾਂ ਸਦਾ ਵਿਗਾਸ। ਉਹ ਹੋ ਕਿਵੇਂ ਗਿਆ? ਸੁਣਿਆ ਦੁਖ ਪਾਪ ਕਾ ਨਾਸ। ਇਸ ਕਰਕੇ ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ। ਸਭ ਤੋਂ ਪਹਿਲਾਂ ਤਾਂ ਤੁਸੀਂ ਮਿੱਠਾ ਬੋਲਣਾ ਸਿੱਖੋ। ਅਗਲੀ ਪੌੜੀ ਆ, ਪਿਰ ਦੀ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਫਿਰ ਉਹ ਦੂਜਾ ਸਟੈਪ ਆ ਵੀ ਤੁਸੀਂ ਗੁਰੂ ਦਾ ਸ਼ਬਦ ਸੁਣੋ। ਪਹਿਲਾਂ ਤੁਸੀਂ ਜੀਭ ਨੂੰ ਹੀ ਸਹੀ ਇਸਤੇਮਾਲ ਕਰਨਾ ਸਿੱਖੋ। ਇੱਥੇ ਬਹੁਤ ਲੋਕ ਆ, ਉਹਨਾਂ ਦੇ ਦਿਲਾਂ ਦੀਆਂ ਜੇਬਾਂ ਖਾਲੀ ਨਹੀਂ, ਪਾਟੀਆਂ ਵੀ ਆ। ਉਹ ਠੀਕ ਢੰਗ ਨਾਲ ਬੋਲ ਵੀ ਨਹੀਂ ਸਕਦੇ, ਉਹਨਾਂ ਦਾ ਵਿਹਾਰ ਠੀਕ ਨਹੀਂ ਤੁਹਾਡੇ ਪ੍ਰਤੀ। ਉਹਨਾਂ ਨੂੰ ਕਈ ਵਾਰ ਹੁੰਦਾ ਇਨਸਾਨ ਇੱਦਾਂ ਲੰਘ ਜਾਂਦਾ, ਆਪਾਂ ਸਾਰੇ ਜਿਵੇਂ ਪਿੰਡ 'ਚ ਵੱਸਦੇ ਹਾਂ, ਇਹ ਆਮ ਗੱਲਾਂ ਆਪਾਂ ਮੂੰਹ ਫੇਰ ਕੇ ਲੰਘ ਜਾਂਦੇ ਹਾਂ, ਉਹ ਚੰਗੀ ਗੱਲ ਨਹੀਂ ਹੈਗੀ। ਸਦਾ ਹੀ ਨਿਮਰਤਾ ਰੱਖਣੀ ਚਾਹੀਦੀ ਆ। ਤਾਂ ਤੁਹਾਨੂੰ ਪਹਿਲਾਂ ਬੁਲਾਉਣਾ ਚਾਹੀਦਾ ਦੂਜੇ ਬੰਦੇ ਨੂੰ। ਇੱਕ ਫਕੀਰ ਨੂੰ ਕਿਸੇ ਨੇ ਪੁੱਛਿਆ ਸੀ ਕਿ ਤੂੰ ਰੱਬ ਦੇ ਨੇੜੇ ਕਿਵੇਂ ਹੋ ਗਿਆ? ਉਹ ਕਹਿੰਦਾ ਮੈਂ ਰੱਬ ਦੇ ਬਣਾਏ ਹੋਏ ਬੰਦਿਆਂ ਦੇ ਨੇੜੇ ਆ, ਵੀ ਮੈਂ ਉਡੀਕ ਨਹੀਂ ਕਰਦਾ ਵੀ ਕੋਈ ਮੈਨੂੰ ਪਹਿਲਾਂ ਆ ਕੇ ਸਤਿ ਸ੍ਰੀ ਅਕਾਲ ਬੁਲਾਵੇ ਜਾਂ ਖੁਦਾ ਹਾਫਿਜ਼ ਆਖੇ। ਉਹ ਕਹਿੰਦੇ ਮੈਂ ਪਹਿਲਾਂ ਹੀ ਬੁਲਾ ਲੈਣਾ ਅਗਲੇ ਨੂੰ, ਮੈਂ ਇਹ ਨਹੀਂ ਵੇਟ ਕਰਦਾ ਵੀ ਉਹ ਮੈਨੂੰ ਬੁਲਾਊਗਾ ਤੇ ਮੈਂ ਬੁਲਾਉਣਾ। ਬਸ ਉਹ ਕਹਿੰਦਾ ਮੈਂ ਬੁਲਾ ਲੈਣਾ, ਨਾਲੇ ਮੈਂ ਉਹਨਾਂ ਅੰਦਰ ਵਸਦੇ ਹੋਏ ਖੁਦਾ ਨੂੰ ਬੁਲਾਉਣਾ। ਇਸ ਕਰਕੇ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਿ ਉਹਨਾਂ 'ਚ ਮੇਰਾ ਅੱਲਾ ਵਸਦਾ। ਤਾਂ ਇਹ ਚੀਜ਼ਾਂ ਛੋਟੀਆਂ ਸੁਣਨ ਨੂੰ ਛੋਟੀਆਂ ਨੇ, ਪਰ ਤੁਹਾਨੂੰ ਇੰਨਾ ਵੱਡਾ ਕਰ ਦਿੰਦੀਆਂ ਗੁਨਾਹ ਕਰਕੇ ਤੁਸੀਂ ਗੁਰੂ ਦੇ ਨੇੜੇ ਹੋ ਜਾਂਦੇ ਹੋ। ਗੁਰੂ ਸਾਹਿਬ ਕਿਰਪਾ ਕਰਨ। ਅੱਜ ਦੇ ਦੀਵਾਨ ਵਿੱਚ ਇਤਨਾ ਹੀ ਹੈ। ਸੋ ਜਿਹੜੀ ਜੀਵ ਆ, ਗੁਰੂ ਅਰਜਨ ਦੇਵ ਜੀ ਕਹਿੰਦੇ ਉਹਦਾ ਸਹੀ ਇਸਤੇਮਾਲ ਕਰਨਾ ਸਿੱਖੋ। ਜ਼ਿੰਦਗੀ ਬਹੁਤ ਛੋਟੀ ਹੁੰਦੀ ਹੈ ਸਾਡੀ, ਬਹੁਤ ਛੋਟੀ, ਉਮਰਾਂ ਬਹੁਤ ਛੋਟੀਆਂ ਨੇ ਹੁਣ ਤਾਂ। ਅਤੇ ਸਭ ਨਾਲ ਭਾਈ 4 ਦਿਨਾਂ ਦੀ ਜਿਹੜੀ ਜ਼ਿੰਦਗੀ ਆ, ਉਮਰੇ ਦਰਾਜ ਮੰਗ ਕਰ ਲਾਏ ਥੇ 4 ਦਿਨ, ਕੁਝ ਆਰਜ਼ੂ ਮੇਂ ਕੱਟ ਗਈ ਕੁਝ ਇੰਤਜ਼ਾਰ ਮੇਂ। ਇਹ ਜਿਹੜੇ ਸੁਪਨੇ ਸਜਾਏ ਆ, ਉਹਨਾਂ ਨੂੰ ਉਡੀਕਦਿਆਂ ਲੰਘ ਗਏ 2 ਦਿਨ, ਵੀ ਹੁਣ ਵੀ ਪੂਰੇ ਹੋਣਗੇ। ਹੁਣ ਵੀ ਪਰਮਾਤਮਾ ਦੇ ਨਾਮ ਬਿਨਾਂ ਸਾਰੀਆਂ ਚੀਜ਼ਾਂ ਕੂੜ ਆ। ਬਾਕੀ ਸਾਰੀਆਂ ਸਹੂਲਤਾਂ ਨੇ, ਉਹਨਾਂ ਦੀ ਆਪਣੀ ਜਗ੍ਹਾ ਹੈ, ਉਹਨਾਂ ਦੀ ਵੀ ਸਾਨੂੰ ਲੋੜ ਆ। ਸਭ ਨਾਲ ਪਿਆਰ ਨਾਲ ਬੋਲੋ। ਜ਼ਿੰਦਗੀ ਬਹੁਤ ਛੋਟੀ ਆ, ਇੱਥੋਂ ਸਭ ਨੇ ਹੀ ਚਲੇ ਜਾਣਾ। ਇਹ ਸਦਾ ਹੀ ਵਸਾ ਕੇ ਰੱਖੋ ਦਿਲ ਦੇ ਵਿੱਚ ਗੱਲ। ਇਹ ਤੁਹਾਨੂੰ ਨਿਮਰਤਾ ਵੱਲ ਲੈ ਕੇ ਆਊਗੀ। ਭੁੱਲ ਚੁੱਕ ਦੀ ਖਿਮਾ ਜੀ। ਬਾਬਾ ਨਾਨਕ ਜੀ ਦੀ ਸ਼ਾਨ ਬਹੁਤ ਉੱਚੀ ਹੈ। ਬੋਲਦੇ ਆ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹਨ।
ਗੁਰੂ ਕੀ ਸੰਗਤ ਤੇ ਸਤਿਗੁਰੂ ਜੀ ਬਖਸ਼ਿੰਦ ਪਿਤਾ ਨੇ ਸਾਨੂੰ ਬਖਸ਼ ਲੈਣ ਜੀ ਤੇ ਸਮਤ ਬਖਸ਼ਣ। ਆਓ 1 ਮਿੰਟ ਵਾਸਤੇ ਸਭ ਕੁਝ ਭੁਲਾ ਕੇ ਉਹਦੇ ਹੋ ਜਾਈਏ ਤੇ ਵਾਹਿਗੁਰੂ ਸਿਮਰਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰ